ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਮੇਰੀ ਵੀਡੀਓ ਰਿਪੋਰਟ ਬੇਸਡ ਰਹੇਗੀ ਜੋ ਭਾਰਤ ਔਰ ਚੀਨ ਦੀ ਸਰਹੱਦ ਦੇ ਉੱਤੇ ਦੋਨਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਇੱਕ ਆਪਸੀ ਝੜਪ ਦੇਖਣ ਨੂੰ ਮਿਲੀ ਆ। ਉਸ ਤੋਂ ਬਾਅਦ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਵੀ ਪਾਰਲੀਮੈਂਟ ਦੇ ਵਿੱਚ ਦੱਸਿਆ ਕਿ 34 ਇੰਡੀਅਨ ਸੋਲਜਰਸ ਐਂਡ 40 ਚਾਈਨੀਜ਼ ਸੋਲਜਰਸ ਜਿਹੜੇ ਆ ਉਹਨਾਂ ਦੇ ਸੱਟਾਂ ਲੱਗੀਆਂ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਚਾਈਨਾ ਦੀ ਜਿਹੜੀ ਭਾਰਤ ਦੇ ਨਾਲ ਇਹ ਰੌਲਾ ਆ ਹੱਦ ਨੂੰ ਲੈ ਕੇ, ਉਹ ਪੂਰਾ ਰੌਲਾ ਕੀ ਆ। ਬੇਸਿਕਲੀ ਉਹਦੇ ਵਿੱਚ ਜੋ ਟਾਈਮ ਲਾਈਨਸ ਹੋਈਆਂ, ਪਹਿਲੀ ਵਾਰ ਨਹੀਂ ਹੈ ਕਿ ਚਾਈਨਾ ਦੇ ਨਾਲ ਝੜਪ ਹੋਈ ਹੈ, ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਇਹ ਚੀਜ਼ਾਂ ਵਾਪਰ ਚੁੱਕੀਆਂ ਨੇ। ਉਹ ਟਾਈਮ ਲਾਈਨ ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ। ਆਪਾਂ ਥੋੜ੍ਹੀ ਜਿਹੀ ਝਾਤ ਵੀ ਮਾਰਾਂਗੇ ਕਿ ਇੰਡੀਆ ਦਾ ਅਤੇ ਚਾਈਨਾ ਦਾ ਆਪਸ ਦੇ ਵਿੱਚ ਆਪਣੀ ਹੱਦਬੰਦੀ ਨੂੰ ਲੈ ਕੇ, ਸਰਹੱਦਾਂ ਨੂੰ ਲੈ ਕੇ ਕੀ ਰੌਲਾ ਚੱਲਦਾ ਪਿਆ, ਔਰ ਹੋ ਸਕਦਾ ਚਾਈਨਾ ਦੇ ਹੋਰ ਵੀ ਕਈ ਕਾਰਨ ਹੋਣ ਜਿਹਦੇ ਕਰਕੇ ਉਹ ਇੰਡੀਆ ਦੇ ਨਾਲ ਇਹੋ ਜਿਹਾ ਪ੍ਰੋਵੋਕੇਟਿਵ ਐਕਸ਼ਨਸ ਜਿਹੜੇ ਆ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਇੱਕ ਚੈਲੰਜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹਨਾਂ ਕਾਰਨਾਂ 'ਤੇ ਨਿਗਾਹ ਮਾਰਾਂਗੇ ਔਰ ਨਾਲ ਹੀ ਚਾਈਨਾ ਦੇ ਨਾਲ ਆਪਣਾ ਟ੍ਰੇਡ ਬਹੁਤ ਜ਼ਿਆਦਾ ਹੈ। ਇੰਡੀਆ ਇੱਕ ਤਰ੍ਹਾਂ ਦੇ ਨਾਲ ਚਾਈਨਾ ਦੇ ਉੱਤੇ ਜਿਹੜੀ ਨਿਰਭਰਤਾ ਆ, ਉਸ ਨਿਰਭਰਤਾ ਨੂੰ ਆਪਾਂ ਇਹਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਰੱਖਾਂਗੀ। LAC ਇੱਕ ਉਹ ਲਾਈਨ ਆਫ ਐਕਚੁਅਲ ਕੰਟਰੋਲ ਹੈ ਜਿਹੜੀ ਇੰਡੀਅਨ ਕੰਟਰੋਲਡ ਖੇਤਰ ਨੂੰ ਔਰ ਇੰਡੀਅਨ ਕੰਟਰੋਲਡ ਟੈਰੀਟਰੀ ਨੂੰ ਔਰ ਚਾਈਨਾ ਕੰਟਰੋਲਡ ਖੇਤਰ ਨੂੰ ਆਪਸ ਦੇ ਵਿੱਚ ਡਿਵਾਈਡ ਕਰਦੀ ਆ। ਇਹ ਲੱਦਾਖ ਤੋਂ ਸ਼ੁਰੂ ਹੁੰਦੀ ਔਰ ਇਹਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ, ਈਸਟਰਨ, ਵੈਸਟਰਨ ਐਂਡ ਮਿਡਲ ਵਾਲੀ ਉੱਤਰਾਖੰਡ ਐਂਡ HP ਦੇ ਪਿੱਛੇ ਤੋਂ ਸਾਰਾ ਹੀ ਏਰੀਆ ਤਿੱਬਤ ਦਾ ਹੈ। ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਇਹ ਲਾਈਨ ਜਿਹੜੀ ਜਾਂਦੀ ਹੈ। ਲਾਈਨ ਆਫ ਐਕਚੁਅਲ ਕੰਟਰੋਲ ਦਾ ਜਿਹੜਾ ਵੈਸਟਰਨ ਸੈਕਟਰ ਹੈ ਉਹ ਲੱਦਾਖ ਵਾਲਾ ਹੈ। ਲੱਦਾਖ ਇੰਡੀਅਨ ਟੈਰੀਟਰੀ ਚਾਹੁੰਦਾ ਔਰ ਉਹਦੇ ਪਿੱਛੇ ਤਿੱਬਤ ਲੱਗਦਾ ਹੈ ਜੋ ਚਾਈਨਾ ਕਹਿੰਦਾ ਹੈ ਕਿ ਉਹਨਾਂ ਦਾ ਹਿੱਸਾ ਆ। ਉੱਥੇ ਇੱਕ ਆਟੋਨੋਮਸ ਸਟੇਟ ਜਿਹੜੀ ਆ ਤਿੱਬਤ ਆ। ਦਲਾਈ ਲਾਮਾ ਇੰਡੀਆ ਦੇ ਵਿੱਚ ਆ। ਇਹ ਇੱਕ ਅਲੱਗ ਵੀਡੀਓ ਦਾ ਵਿਸ਼ਾ, ਬਟ ਇਹ LAC ਮੈਂ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਅਰੁਣਾਚਲ ਪ੍ਰਦੇਸ਼ ਤੱਕ ਜਿਹੜਾ ਈਸਟਰਨ ਐਂਡ ਹੈ, ਪਰ ਇਹਦੇ ਸਾਰੀ LAC ਦੇ ਨਾਲ ਜਿਹੜਾ ਨਾਲ ਏਰੀਆ ਚਾਈਨਾ ਦੀ ਆਕੂਪੈਂਸੀ ਦੇ ਅੰਦਰ ਆ, ਇੱਕ ਉਹ ਆਪਣੀ ਟੈਰੀਟਰੀ 'ਚ ਕਲੇਮ ਕਰਦੇ ਨੇ, ਉਹ ਹੈ ਤਿੱਬਤ ਦੀ ਆਟੋਨੋਮਸ ਸਟੇਟ ਜਿਹੜੀ ਆ ਤਿੱਬਤ ਪੂਰੇ ਦਾ ਪੂਰਾ। ਸੋ ਇਹ ਕਨਫਲਿਕਟ ਏਸ਼ੀਆ ਦੀਆਂ ਦੋ ਪੁਰਾਣੀਆਂ ਸਭ ਤੋਂ ਵੱਡੀਆਂ ਸਿਵਲਾਈਜੇਸ਼ਨਸ ਜਿਹੜੀਆਂ ਨੇ ਭਾਰਤ ਔਰ ਚਾਈਨਾ, ਇਹਨਾਂ ਦੇ ਵਿੱਚ ਇੱਕ ਕਨਫਲਿਕਟ ਕਦੋਂ ਦਾ ਹੈ। ਔਰ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਹਿੰਦੀ ਚੀਨੀ ਭਾਈ ਭਾਈ ਦਾ ਸਲੋਗਨ ਸੀਗਾ। ਉਸ ਤੋਂ ਬਾਅਦ ਖੈਰ 1965 ਦੀ ਵਾਰ ਹੁੰਦੀ ਹੈ, ਇੰਡੋ ਚਾਈਨਾ ਵਾਰ, ਉਹਦੇ ਵਿੱਚ ਭਾਰਤ ਹਾਰਦਾ ਆ। ਉਹਦੇ ਵਿੱਚ ਆਪਾਂ ਉਹਦੇ ਵਿੱਚ ਨਾ ਜਾ ਕੇ ਕਿ ਨਹਿਰੂ ਗਲਤ ਸੀਗੇ ਕਿ ਨਹਿਰੂ ਕਿੱਥੇ ਗਲਤੀਆਂ ਖਾ ਗਏ, ਉਹ ਗੱਲਾਂ ਕਰਨ ਲਈ ਹੋਰ ਬਹੁਤ ਚੈਨਲ ਨੇ, ਪਰ ਮੈਂ ਇਹਦੇ ਵਿੱਚ ਅੱਜ ਸਿਰਫ ਤੁਹਾਨੂੰ ਇੱਕ ਟਾਈਮਲਾਈਨ ਪ੍ਰੈਜ਼ੈਂਟ ਕਰਨਾ ਚਾਹੂੰਗੀ ਸਭ ਤੋਂ ਪਹਿਲਾਂ ਕਿ ਕਿੰਨੀ ਵਾਰ ਜਾਂ ਕਦੋਂ ਤੋਂ ਇੰਡੀਆ ਔਰ ਚਾਈਨਾ ਦਾ ਇਹ ਹੱਦਾਂ ਦਾ ਜਿਹੜਾ ਰੌਲਾ ਆ ਇਹ ਸ਼ੁਰੂ ਹੁੰਦਾ ਹੈ। ਸਭ ਤੋਂ ਪਹਿਲਾਂ 1914 ਦੇ ਵਿੱਚ ਜਦੋਂ ਬ੍ਰਿਟਿਸ਼ ਇੰਡੀਆ ਸੀ, ਨਾਲ ਦੂਸਰੀ ਪਾਰਟੀ ਸੀ ਤਿੱਬਤ ਔਰ ਤੀਸਰੀ ਪਾਰਟੀ ਸੀ ਚਾਈਨਾ। ਇਹਨਾਂ ਦਾ ਸ਼ਿਮਲਾ ਦੇ ਵਿੱਚ ਕਾਨਫਰੰਸ ਹੁੰਦੀ ਹੈ ਜਿਹੜੀ ਕਿ ਬ੍ਰਿਟਿਸ਼ ਇੰਡੀਆ ਸਰਕਾਰ ਵੱਲੋਂ ਬੁਲਾਈ ਜਾਂਦੀ ਹੈ ਔਰ ਉਹਦੇ ਵਿੱਚ ਇਹ ਸਰਹੱਦਾਂ ਨੂੰ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹਦੇ ਵਿੱਚੋਂ ਹੀ ਫਿਰ ਇੱਕ ਸਮਝੌਤਾ ਨਿਕਲਦਾ ਹੈ, ਜਿਸ ਸਮਝੌਤੇ ਨੂੰ ਬਾਅਦ ਵਿੱਚ ਚਾਈਨਾ ਮਨਜ਼ੂਰ ਕਰਨ ਤੋਂ ਉਹਨੂੰ ਨਾ ਮਨਜ਼ੂਰ ਕਰ ਦਿੰਦਾ ਔਰ ਉਹਦੇ ਤੇ ਆਪਣੇ ਸਾਈਨ ਨਹੀਂ ਕਰਦਾ। ਔਰ ਇਸੇ ਸਮਝੌਤੇ ਦੇ ਵਿੱਚੋਂ ਬ੍ਰਿਟਿਸ਼ ਇੰਡੀਆ ਐਂਡ ਤਿੱਬਤ ਦੋਨੋਂ ਆਪਸ ਦੇ ਵਿੱਚ ਮਿਲ ਕੇ ਮੈਕਮੋਹਨ ਲਾਈਨ ਜਿਹੜੀ ਆ ਉਹ ਡਰਾ ਕਰਦੇ ਆ। 1914 ਦੇ ਉਸ ਸਮਝੌਤੇ ਦੇ ਮੁਤਾਬਿਕ ਜਿਹੜਾ ਅਰੁਣਾਚਲ ਪ੍ਰਦੇਸ਼ ਹੈ, ਜਿੱਥੇ ਹੁਣ ਇਹ ਦੋਨਾਂ ਦੇਸ਼ਾਂ ਦੇ ਫੌਜੀਆਂ ਦੇ ਵਿੱਚ ਝੜਪ ਦੇਖਣ ਨੂੰ ਮਿਲੀ ਹੈ, ਇਹ ਹਿੱਸਾ ਭਾਰਤ ਦਾ ਆ। ਭਾਰਤ ਦਾ ਇੱਕ ਸੂਬਾ ਆ ਅਰੁਣਾਚਲ ਪ੍ਰਦੇਸ਼। ਪਰ ਜਿਹੜਾ ਚਾਈਨਾ ਆ, ਜਸਟ ਬਿਕੋਜ਼ ਉਹਨਾਂ ਨੇ ਉਹ ਸਾਈਨ ਨਹੀਂ ਸੀ ਕੀਤੇ, ਉਹ ਸੰਧੀ ਨੂੰ ਮਨਜ਼ੂਰ ਨਹੀਂ ਸੀ ਕੀਤਾ, ਉਹ ਇਹਨੂੰ ਆਪਣੇ ਤਿੱਬਤ ਦਾ ਹੀ ਇੱਕ ਹਿੱਸਾ ਦਰਸਾਉਂਦੇ ਨੇ। ਉਹ ਇਸ ਚੀਜ਼ ਨੂੰ ਮੰਨਣ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਉਹਨਾਂ ਨੇ ਪ੍ਰੋਵੋਕੇਟਿਵ ਐਕਸ਼ਨ ਕਰਨੇ ਹੁੰਦੇ ਨੇ ਤਾਂ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਨਾ ਮੰਨ ਕੇ ਆਪਣਾ ਕਰਾਰ ਦੇਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਨੇ। ਭਾਰਤ ਤੇ ਚਾਈਨਾ ਦਾ ਜਿਹੜਾ ਬੁਨਿਆਦੀ ਪ੍ਰੋਬਲਮ ਹੈ ਉਹ ਹੈਗੀ ਅਕਸਾਈ ਚੀਨ ਨੂੰ ਲੈ ਕੇ। ਅਕਸਾਈ ਚੀਨ ਜਿਹੜਾ ਆ ਉਹਨੂੰ ਭਾਰਤ ਕਹਿੰਦਾ ਕਿ ਲੱਦਾਖ ਦਾ ਹਿੱਸਾ ਹੈ, ਪਰ ਚਾਈਨਾ ਉਹਦੇ ਤੇ ਆਪਣਾ ਕਲੇਮ ਕਰਦਾ ਰਿਹਾ ਹੈ। ਚਾਈਨਾ ਨੇ ਜਦੋਂ ਉੱਥੇ 1960 ਤੋਂ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ, ਆਪਣੇ ਰੋਡ ਡਿਵੈਲਪ ਕਰਨੀ ਸ਼ੁਰੂ ਕਰ ਲਏ ਤਾਂ ਉਸ ਸਮੇਂ ਵੀ ਕਾਫੀ ਤਣਾਅਪੂਰਨ ਮਾਹੌਲ ਬਣਦਾ ਔਰ 1962 ਦੀ ਵਾਰ ਹੁੰਦੀ ਹੈ। 1962 ਦੀ ਵਾਰ ਦੇ ਵਿੱਚ ਚਾਈਨਾ ਅਰੁਣਾਚਲ ਪ੍ਰਦੇਸ਼ ਦੇ ਹਿੱਸੇ ਤੇ ਕਬਜ਼ਾ ਕਰ ਲੈਂਦਾ ਔਰ ਉਸ ਕਬਜ਼ੇ ਤੋਂ ਬਾਅਦ ਰਸ਼ੀਆ, USA ਐਂਡ ਹੋਰ ਜਿਹੜੇ ਦੇਸ਼ ਸੀਗੇ ਉਹਨਾਂ ਦੇ ਪ੍ਰੈਸ਼ਰ ਤੋਂ ਬਾਅਦ ਚਾਈਨਾ ਆਪਣੇ ਟਰੂਪ ਉੱਥੋਂ ਪਿੱਛੇ ਖਿੱਚਦਾ ਔਰ ਉਹ ਦੁਬਾਰਾ ਜਿਹੜਾ ਏਰੀਆ ਆ ਉਹਦੇ ਤੇ ਫਿਰ ਇੱਕ ਕਨਫਲਿਕਟ ਬਾਰ-ਬਾਰ ਉਹ ਛੇੜਦਾ ਰਹਿੰਦਾ ਹੈ। ਔਰ ਇਹੀ ਕਲੇਮ ਚਾਈਨਾ ਦਾ ਹੁੰਦਾ ਹੈ ਕਿ ਇਹ ਤਿੱਬਤ ਦਾ ਹੀ ਹਿੱਸਾ ਹੈ ਅਰੁਣਾਚਲ ਪ੍ਰਦੇਸ਼। ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਅਗਰ ਕਹਿਣਾ ਹੋਵੇ ਕਿ ਚਾਈਨਾ ਚਾਹੁੰਦਾ ਕੀ ਹੈ, ਤਾਂ ਚਾਈਨਾ ਚਾਹੁੰਦਾ ਹੈ ਕਿ ਜੋ ਅਕਸਾਈ ਚੀਨ ਦਾ ਇਲਾਕਾ ਹੈ ਲੱਦਾਖ ਦੇ ਨਾਲ, ਉਹ ਚਾਈਨਾ ਨੂੰ ਦੇ ਦਿੱਤਾ ਜਾਵੇ ਔਰ ਜਿਹੜਾ ਅਰੁਣਾਚਲ ਪ੍ਰਦੇਸ਼ ਆ ਉਹ
ਇੰਡੀਆ ਨੂੰ ਦੇ ਦਾਂਗੇ, ਉਹਦੇ ਤੇ ਕੋਈ ਵੀ ਕਲੇਮ ਚਾਈਨਾ ਨਹੀਂ ਕਰੇਗਾ। ਪਰ ਇਹ ਸਿਚੁਏਸ਼ਨ ਬਦਲ ਜਾਂਦੀ ਹੈ 1980 ਤੋਂ ਬਾਅਦ। 1980 ਤੱਕ ਇਹ ਜਿਹੜੀ ਏਰੀਏ ਨੂੰ ਸਵੈਪ ਕਰਨ ਦੀ ਇੱਕ ਆਪਸ਼ਨ ਸੀਗੀ, ਇਹ ਰਹੀ, ਪਰ ਇਹਦੇ ਤੇ ਕਦੀ ਗੌਰ ਕਰ ਨਹੀਂ ਪਾਏ, ਇਹਨੂੰ ਸੁਲਝਾ ਨਹੀਂ ਪਾਈਆਂ ਉਸ ਸਮੇਂ ਦੀਆਂ ਸਰਕਾਰਾਂ। ਔਰ ਇਹ ਉਸ 1980 ਦੇ ਵਿੱਚ ਆ ਕੇ ਚਾਈਨਾ ਦੁਬਾਰਾ ਤੋਂ 1962 ਦੀ ਵਾਰ ਦੇ ਵਿੱਚ ਇੱਕ ਵਾਰੀ ਕਬਜ਼ਾ ਲੈਂਦਾ ਅਰੁਣਾਚਲ ਪ੍ਰਦੇਸ਼ ਦਾ ਕੁਝ ਹਿੱਸਾ, ਔਰ ਉਸ ਤੋਂ ਬਾਅਦ ਉੱਥੋਂ ਆਪਣੇ ਟਰੂਪਸ ਵਾਪਿਸ ਲੈਂਦਾ। ਔਰ 1980 ਦੇ ਵਿੱਚ ਦੁਬਾਰਾ ਅਰੁਣਾਚਲ ਪ੍ਰਦੇਸ਼ ਤੇ ਇੱਕ ਤਰ੍ਹਾਂ ਦੇ ਇਹੋ ਜਿਹੇ ਕਬਜ਼ੇ ਕਰਨ ਦੀ ਕੋਸ਼ਿਸ਼ ਆ, ਉੱਥੇ ਆ ਕੇ ਆਪਣੀ ਸੈਨਾ ਨੂੰ ਭੇਜਣ ਦੀਆਂ ਕੋਸ਼ਿਸ਼ਾਂ ਚਾਈਨਾ ਬਾਰ-ਬਾਰ ਕਰਦਾ ਰਿਹਾ ਆ। 1988 ਦੇ ਵਿੱਚ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਚਾਈਨਾ ਜਾਂਦੇ ਨੇ, ਔਰ ਉਸ ਦੌਰੇ ਦੇ ਵਿੱਚ ਇੱਕ ਐਦਾਂ ਦੇ ਸੁਖਾਵੇਂ ਰਿਸ਼ਤੇ ਬਣਾਏ ਜਾਂਦੇ ਨੇ ਚਾਈਨਾ ਦੇ ਨਾਲ ਕਿ ਕਾਫੀ ਸਾਲਾਂ ਤੱਕ ਅੱਗੇ ਟ੍ਰੇਡ ਚੱਲਦਾ ਹੈ, ਬਟ ਐਦਾਂ ਦੀ ਕੋਈ ਵੀ ਇਨਫਿਲਟ੍ਰੇਸ਼ਨ ਬਾਰਡਰਸ ਦੇ ਉੱਤੇ ਜਾਂ ਕਬਜ਼ਾ ਕਰਨ ਦੀ ਕੋਈ ਵੀ ਐਦਾਂ ਦੀ ਪ੍ਰੋਵੋਕੇਟਿਵ ਐਕਸ਼ਨ ਕੋਈ ਵੀ ਦੇਸ਼ ਇੱਕ ਦੂਸਰੇ ਵੱਲ ਨਹੀਂ ਲੈਂਦਾ। ਔਰ ਉਹ 2006 ਦੇ ਵਿੱਚ ਆ ਕੇ ਇੱਕ ਐਦਾਂ ਦਾ ਸਮਾਂ ਆ ਜਾਂਦਾ ਜਿੱਥੇ ਚਾਈਨਾ ਫਿਰ ਦੁਬਾਰਾ ਇਹੀ LAC ਨੂੰ ਲੈ ਕੇ ਲੱਦਾਖ ਔਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕੁਝ ਇੱਦਾਂ ਦੀਆਂ ਗਤੀਵਿਧੀਆਂ ਕਰਨ ਲੱਗ ਜਾਂਦਾ ਹੈ ਕਿ 2013 ਦੇ ਵਿੱਚ ਚਾਈਨਾ ਵੱਲੋਂ ਇੱਕ ਦਿਪਸਾਂਗ ਇਲਾਕਾ ਆ, ਉਹਦੇ ਵਿੱਚ ਜਾ ਕੇ ਵੀ ਇੱਦਾਂ ਹੀ ਆਪਣੇ ਟਰੂਪਸ ਭੇਜੇ ਜਾਂਦੇ ਆ, ਪਰ ਉਹਨੂੰ ਡਿਪਲੋਮੈਟਿਕਲੀ ਰਿਜ਼ੋਲਵ ਕੀਤਾ ਜਾਂਦਾ। ਨਾਲ ਹੀ 2017 ਦੇ ਵਿੱਚ ਚਾਈਨਾ ਆਪਣਾ ਗੁਆਂਢੀ ਦੇਸ਼ ਭੂਟਾਨ, ਉਹਦੇ ਵਿੱਚ ਜਾ ਕੇ ਵੀ ਆਪਣਾ ਇੱਕ ਡੋਕਲਾਮ ਇਲਾਕਾ ਆ, ਉੱਥੇ ਆਪਣਾ ਇਨਫਰਾਸਟ੍ਰਕਚਰ ਬਿਲਡ ਅਪ ਕਰਨ ਲੱਗ ਜਾਂਦਾ। ਔਰ ਭੂਟਾਨ ਇੰਡੀਆ ਦੇ ਨਾਲ ਇੱਕ ਫਰੈਂਡਲੀ ਦੇਸ਼ ਆ, ਸੋ ਇੱਕ ਤਰ੍ਹਾਂ ਦੇ ਨਾਲ ਇਹ ਵੀ ਪ੍ਰੈਸ਼ਰ ਸਟ੍ਰੈਟੇਜੀ ਸੀ। ਪਰ ਜਦੋਂ ਸਾਲ 2020 ਆਇਆ, 2020 ਦੇ ਵਿੱਚ ਜਦੋਂ ਕੋਵਿਡ ਲੋਕਡਾਊਨ ਸੀ ਔਰ ਕੋਵਿਡ ਫੈਲਿਆ ਹੋਇਆ ਸੀ, ਔਰ ਚਾਈਨਾ ਤਾਂ ਖੁਦ ਇਹਦੇ ਤੋਂ ਬਹੁਤ ਜ਼ਿਆਦਾ ਉੱਥੋਂ ਚਾਈਨਾ ਤੋਂ ਹੀ ਸ਼ੁਰੂ ਹੋਇਆ ਸੀ, ਔਰ ਚਾਈਨਾ ਖੁਦ ਇਹਦੇ ਪ੍ਰਭਾਵ ਦੇ ਅਧੀਨ ਸੀ ਕੋਵਿਡ ਦੇ। ਬਟ ਉਸ ਦੇ ਬਾਵਜੂਦ ਵੀ ਗਲਵਾਨ ਵੈਲੀ ਦੇ ਵਿੱਚ ਜੋ ਚਾਈਨੀਜ਼ ਟਰੂਪਸ ਵੱਲੋਂ ਕੀਤਾ ਗਿਆ ਉਹ ਬਹੁਤ ਵੱਡੀ ਘਟਨਾ ਸੀ, ਜਿਹਦੇ ਵਿੱਚ 50,000 ਤੋਂ ਵੱਧ ਟਰੂਪਸ ਜਿਹੜੇ ਭੇਜੇ ਔਰ ਇੰਡੀਅਨ ਸੋਲਜਰ ਜਿਹੜੇ ਸੀ ਉਹਦੇ ਵਿੱਚ ਸ਼ਹੀਦ ਵੀ ਹੁੰਦੇ ਨੇ। ਨਾਲ ਹੀ ਚਾਈਨਾ ਵੱਲੋਂ ਇੱਦਾਂ ਦੇ ਆਪਣੇ ਇਨਫਰਾਸਟ੍ਰਕਚਰ ਡਿਵੈਲਪ ਕਰਨ ਲੱਗੇ LAC ਦੇ ਨਾਲ, ਔਰ ਕਈ ਨਿਊਜ਼ ਰਿਪੋਰਟਸ ਤਾਂ ਇਹ ਕਹਿੰਦੀਆਂ ਨੇ ਕਿ ਇੰਡੀਆ ਦਾ ਕੁਝ ਹਿੱਸਾ ਵੀ ਚਾਈਨਾ ਨੇ ਆਪਣੇ ਉਹਦੇ ਵਿੱਚ ਲੈ ਕੇ ਉੱਥੇ ਆਪਣੀਆਂ ਸੈਟਲਮੈਂਟਸ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਆਪਣਾ ਇਨਫਰਾਸਟ੍ਰਕਚਰ ਟਰੂਪਸ ਜਿਹੜੇ ਆ ਉਹ ਬਣਾਉਣੇ ਗਲਵਾਨ ਵੈਲੀ ਦੇ ਅਰਾਊਂਡ ਸ਼ੁਰੂ ਕਰ ਦਿੱਤੇ ਨੇ। ਇਸੇ ਤਰ੍ਹਾਂ ਇੰਡੀਆ ਨੇ ਵੀ LAC ਦੇ ਆਪਣੇ ਖੇਤਰ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਪਿੰਡ ਨੇ, ਵਾਈਬ੍ਰੈਂਟ ਵਿਲੇਜਸ ਜਿਹੜੇ ਆ ਉਹ ਸੈਟਅਪ ਕੀਤੇ ਨੇ। ਸੋ ਇੱਕ ਗਲਵਾਨ ਵੈਲੀ ਦੀ ਘਟਨਾ ਤੋਂ ਬਾਅਦ ਮੋਬਿਲਾਈਜੇਸ਼ਨ ਟਰੂਪਸ ਦੀ ਔਰ ਸਰਕਾਰਾਂ ਦੀ ਬਹੁਤ ਜ਼ਿਆਦਾ ਵੱਧਦੀ ਹੈ। ਉਸ ਤੋਂ ਬਾਅਦ 16 ਇੱਦਾਂ ਦੀਆਂ ਰਾਊਂਡ ਆਫ ਮੀਟਿੰਗਸ ਹੁੰਦੀਆਂ ਨੇ ਜਿਹਦੇ ਵਿੱਚ ਬੀਜਿੰਗ ਐਂਡ ਨਿਊ ਦਿੱਲੀ ਦੀਆਂ ਕਿ ਕਿਸੇ ਤਰ੍ਹਾਂ ਇਸ ਚੀਜ਼ ਨੂੰ ਰਿਜ਼ੋਲਵ ਕੀਤਾ ਜਾਵੇ, ਪਰ ਇੱਕ ਤਰ੍ਹਾਂ ਦੇ ਨਾਲ ਉਹਦੇ 'ਚੋਂ ਕੋਈ ਖਾਸ ਸਲਿਊਸ਼ਨ ਜਿਹੜਾ ਕੀ ਨਿਕਲ ਕੇ ਆਇਆ ਉਹਨਾਂ ਮੀਟਿੰਗਸ ਤੋਂ ਉਹ ਆਪਣੇ ਸਾਹਮਣੇ ਨਹੀਂ। ਔਰ ਉਸ ਤੋਂ ਬਾਅਦ ਹੁਣ ਸਾਲ 2022 ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਯਕਸੇ ਇਲਾਕੇ ਦੇ ਵਿੱਚ ਦੋਨਾਂ ਦੇਸ਼ਾਂ ਦੇ ਫੌਜੀਆਂ ਦੇ ਵਿੱਚ ਦੁਬਾਰਾ ਕਲੈਸ਼ ਜਿਹੜਾ ਉਹ ਦੇਖਣ ਨੂੰ ਮਿਲਦਾ। ਗਲਵਾਨ ਵੈਲੀ ਦੀ ਘਟਨਾ ਤੋਂ ਬਾਅਦ 30 ਔਰ 32 ਮਹੀਨਿਆਂ ਦਾ ਇੱਕ ਸਟੈਂਡ ਆਫ ਹੈ ਜਿਹਦੇ ਵਿੱਚ ਇੰਡੀਆ ਔਰ ਚਾਈਨਾ ਦੀ ਕੋਈ ਵੀ ਡਿਪਲੋਮੈਟਿਕ ਗੱਲਬਾਤ ਇਹਨਾਂ ਇਸ਼ੂਜ਼ ਨੂੰ ਲੈ ਕੇ ਨਹੀਂ ਹੋਈ। ਸੋ ਇੱਕ ਉਸ ਵੈਕਿਊਮ ਤੋਂ ਬਾਅਦ ਜੋ ਅਗਲਾ ਐਕਸ਼ਨ ਚਾਈਨਾ ਨੇ ਕੀਤਾ ਉਹ ਕੀਤਾ ਕਿ ਜੋ ਹੁਣ ਤਵਾਂਗ ਦੇ ਵਿੱਚ ਯਕਸ਼ੇ ਇਲਾਕੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਦੋਨਾਂ ਸੈਨਾ ਬਲਾਂ ਦੀ ਇੱਕ ਆਪਸ ਦੇ ਵਿੱਚ ਝੜਪ ਹੋਈ ਆ, ਔਰ ਜਿਹੜੇ ਚਾਈਨੀਜ਼ ਟਰੂਪ ਹੈ ਉਹ ਕਿਹਾ ਗਿਆ ਕਿ LAC ਨੂੰ ਪਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀਗੇ। ਸੋ ਚਾਈਨਾ ਦੇ ਇਹਦੇ ਪਿਛਲੇ ਇਸ ਪ੍ਰੋਵੋਕੇਸ਼ਨ ਦੇ ਪਿਛਲੇ ਕਾਰਨ ਕੀ ਹੋ ਸਕਦੇ ਨੇ? ਹਰ ਵਾਰ ਇਹ ਨਹੀਂ ਹੋ ਸਕਦਾ ਕਿ ਚਾਈਨਾ ਇਜ਼ ਕੰਸਰਨਡ ਅਬਾਊਟ ਦਾ ਟੈਰੀਟਰੀ, ਇਹਦੇ ਪਿੱਛੇ ਹੋਰ ਵੀ ਕਈ ਹਿਡਨ ਕਾਰਨ ਹੋ ਸਕਦੇ ਨੇ ਜਿਹੜੇ ਮੈਂ ਇੱਥੇ ਤੁਹਾਡੇ ਲਈ ਲਿਸਟ ਕੀਤੇ ਨੇ। ਸਭ ਤੋਂ ਪਹਿਲਾ ਕਾਰਨ ਤਾਂ ਇਹੀ ਆ, ਇੱਕ ਮੈਂ ਦੱਸਣਾ ਚਾਹਾਂਗੀ, ਕੁਝ ਮਹੀਨੇ ਪਹਿਲਾਂ USA ਐਂਡ ਇੰਡੀਆ ਦੀ ਆਰਮੀਆਂ ਨੇ ਸਾਂਝਾ ਇੱਕ ਜੁਆਇੰਟ ਐਕਸਰਸਾਈਜ਼ ਕੀਤੀ ਸੀ ਜੋ ਉੱਤਰਾਖੰਡ ਦੇ ਵਿੱਚ ਸੀ। ਉਹ ਐਕਸਰਸਾਈਜ਼ LAC ਜੋ ਲਾਈਨ ਆਫ ਐਕਚੁਅਲ ਕੰਟਰੋਲ ਆ ਜਿਹੜਾ ਚਾਈਨਾ ਦੇ ਨਾਲ ਇੱਕ ਤਰ੍ਹਾਂ ਨਾਲ ਬਾਰਡਰ ਤੈਅ ਹੁੰਦਾ, ਤਾਂ ਉੱਥੇ ਉਸ ਤੋਂ 100 ਕਿਲੋਮੀਟਰ ਹਟ ਕੇ ਸੀ। ਐਂਡ ਚਾਈਨਾ ਵਾਜ਼ ਨਾਟ ਹੈਪੀ ਵਿਦ ਕਿ ਇੰਡੀਆ ਐਂਡ USA ਦੀਆਂ ਆਰਮੀਜ਼ ਆਪਸ ਦੇ ਵਿੱਚ ਮਿਲ ਕੇ ਜੁਆਇੰਟ ਐਕਸਰਸਾਈਜ਼ ਕਿਉਂ ਕਰ ਰਹੇ ਨੇ। ਇਸ 'ਤੇ ਚਾਈਨਾ ਨੇ ਕਾਫੀ ਸਖਤ ਰਵੱਈਆ ਅਪਣਾਉਂਦੇ ਹੋਏ ਕਾਫੀ ਹਾਰਡ ਲਾਈਨ ਗੱਲਾਂ ਇੰਡੀਆ ਨੂੰ ਕਹੀਆਂ ਸੀ, ਬਟ ਉਹਨਾਂ ਦਾ ਕੋਈ ਖਾਸ ਅਸਰ USA ਆਰਮੀ ਉਸ ਜੁਆਇੰਟ ਆਪਰੇਸ਼ਨ ਲਈ ਜੋ ਆਏ ਹੋਏ ਸੀ, ਜੁਆਇੰਟ ਐਕਸਰਸਾਈਜ਼ ਲਈ ਆਏ ਸੀ, ਔਰ ਨਾ ਹੀ ਇੰਡੀਅਨ ਆਰਮੀ 'ਤੇ ਕੋਈ ਖਾਸ ਦੇਖਣ ਨੂੰ ਮਿਲਿਆ। ਸੋ ਚਾਈਨਾ ਨੇ ਇੱਥੋਂ ਤੱਕ ਕਿਹਾ ਸੀ ਕਿ ਜੋ ਚਾਈਨਾ ਔਰ ਇੰਡੀਆ ਦਾ ਸਮਝੌਤਾ ਹੋਇਆ ਹੈ ਉਸ ਸਮਝੌਤੇ ਦੀ ਸਪਿਰਿਟ ਦੀ ਉਲੰਘਣਾ ਆ ਜੋ USA ਦੀ ਆਰਮੀ ਔਰ ਇੰਡੀਆ ਦੀ ਆਰਮੀ ਆਪਸ ਦੇ ਵਿੱਚ ਸਾਂਝੀ ਐਕਸਰਸਾਈਜ਼ ਕਰ ਰਹੇ ਨੇ। ਸੋ ਇਹ ਇੱਕ ਪ੍ਰੋਵੋਕੇਟਿਵ ਹੋ ਸਕਦਾ ਹੈ ਕਿ ਚਾਈਨਾ ਨੂੰ ਲੱਗਿਆ ਹੋਵੇ, ਔਰ ਉਸ ਤੋਂ ਬਾਅਦ ਚਾਈਨਾ ਨੇ ਆਪਣੀ ਇੱਕ ਖਿੱਚ ਕੱਢਣ ਦੇ ਲਈ ਜੋ ਦਿਸ ਕਲੈਸ਼ ਨਵਾਂ ਚੈਲੰਜ ਜਿਹੜਾ ਅਰੁਣਾਚਲ ਬਾਰਡਰ ਦੇ ਉੱਤੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇੱਥੇ ਚਾਈਨਾ ਗੱਲ ਕਰਦਾ ਹੈ ਕਿ ਜੋ ਸਮਝੌਤਾ ਹੋਇਆ ਸੀ ਉਸ ਸਮਝੌਤੇ ਦੀ ਸਪਿਰਿਟ ਭੰਗ ਕਰਨ ਦੀ ਇੱਕ ਤਰ੍ਹਾਂ ਦੇ ਨਾਲ ਉਹਦੀ ਸਪਿਰਿਟ ਦੇ ਅਗੇਂਸਟ ਜਾਂਦੀ ਹੈ USA ਐਂਡ ਇੰਡੀਅਨ ਆਰਮੀ ਦੀ ਆਪਸ ਦੀ ਜਿਹੜੀ ਜੁਆਇੰਟ ਐਕਸਰਸਾਈਜ਼ ਸੀ। ਪਰ ਇਹੀ ਚਾਈਨਾ ਜਦੋਂ ਗਲਵਾਨ ਵੈਲੀ ਦੇ ਵਿੱਚ ਸਾਲ 2020 ਦੇ ਵਿੱਚ ਕਲੈਸ਼ ਪੈਦਾ ਕਰਦਾ, ਇੱਕ ਉੱਥੇ
ਭਾਰਤੀ ਜਵਾਨ ਜਿਹੜੇ ਸ਼ਹੀਦ ਹੁੰਦੇ ਨੇ ਤਾਂ ਉਸ ਸਮੇਂ ਇੱਕ ਸਮਝੌਤਾ ਇਹ ਸੀਗਾ 1996 ਦਾ ਕਿ 5000 ਤੋਂ ਵੱਧ ਸੈਨਿਕ LAC ਦੇ ਅਰਾਊਂਡ ਅਗਰ ਭਾਰਤ ਜਾਂ ਚਾਈਨਾ ਕੋਈ ਵੀ ਲੈ ਕੇ ਆਏਗਾ ਤਾਂ ਇੱਕ ਦੂਸਰੇ ਨੂੰ ਪਹਿਲਾਂ ਸੂਚਿਤ ਕੀਤਾ ਜਾਏਗਾ ਕਿ ਅਸੀਂ ਇੱਦਾਂ ਕਰਨ ਲੱਗੇ ਹਾਂ ਔਰ ਸਾਡਾ ਇਹ ਆਪਣਾ ਆਪਸੀ ਕੋਈ ਐਕਸਰਸਾਈਜ਼ ਆ। ਬਟ ਉਸ ਸਮੇਂ ਗਲਵਾਨ ਵੈਲੀ ਦੇ ਵਿੱਚ ਸਾਲ 2020 ਦੇ ਵਿੱਚ ਚਾਈਨਾ 50,000 ਤੱਕ ਸੋਲਜਰਸ ਲੈ ਕੇ ਉੱਥੇ ਪ੍ਰੋਪਰ ਏਰੀਏ ਦੇ ਵਿੱਚ ਕਬਜ਼ਾ ਕਰਨ ਦੇ ਲਈ ਆਪਣੀ ਮਨਸ਼ਾ ਦੇ ਨਾਲ ਆਪਣੇ ਮੋਟਿਵਸ ਦੇ ਨਾਲ ਪਹੁੰਚ ਚੁੱਕਾ ਸੀ। ਸੋ ਉਸ ਸਮੇਂ ਚਾਈਨਾ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਉਹ ਇੱਕ ਜਿਹੜਾ ਸਮਝੌਤਾ ਹੋਇਆ 1996 ਦਾ ਉਹਦੀ ਉਲੰਘਣਾ ਕਰ ਰਹੇ ਨੇ, ਪਰ USA ਦੀ ਇੰਟਰਫੇਰੈਂਸ ਚਾਈਨਾ ਬਰਦਾਸ਼ਤ ਨਹੀਂ ਕਰਦਾ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਕਹਿਣਾ ਚਾਈਨਾ ਦਾ ਇਹੀ ਹੈ ਕਿ ਇੰਡੀਆ ਔਰ ਚਾਈਨਾ ਦੇ ਰਿਲੇਸ਼ਨਸ਼ਿਪ ਦੇ ਵਿੱਚ USA ਨਹੀਂ ਆਉਣਾ ਚਾਹੀਦਾ, ਕਿਉਂਕਿ USA ਨੂੰ ਵੀ ਪਾਰ ਕਰਕੇ ਚਾਈਨਾ ਇੱਕ ਵਿਸ਼ਵ ਗੁਰੂ ਜਿਹੜਾ ਉਹ ਬਣਨਾ ਚਾਹੁੰਦਾ ਹੈ। ਇਸ ਪ੍ਰੋਵੋਕੇਸ਼ਨ ਦੇ ਪਿੱਛੇ ਦੂਸਰਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਚਾਈਨਾ ਦੇ ਵਿੱਚ ਹੁਣ ਤੀਸਰੀ ਵਾਰੀ ਸ਼ੀ ਜਿਨਪਿੰਗ ਦੁਬਾਰਾ ਨੇ ਔਰ ਸ਼ੀ ਜਿਨਪਿੰਗ ਦੀ ਜਿਹੜੀਆਂ ਪਾਲਿਸੀਜ਼ ਨੇ ਉਹਦੇ ਨਾਲ ਕਾਫੀ ਲੋਕ ਸਹਿਮਤ ਨਹੀਂ ਹੈਗੇ। ਚਾਈਨਾ ਦੇ ਜਿਹੜੇ ਆਪਣੇ ਉੱਥੋਂ ਦੇ ਮੁੱਢਲੇ ਲੋਕ ਨੇ, ਚਾਈਨਾ ਦੇ ਵਿੱਚ ਇੱਕ ਰੈਜ਼ਿਸਟੈਂਸ ਮੂਵਮੈਂਟ ਜਿਹੜੀ ਉਹ ਬਿਲਡਅਪ ਹੋ ਰਹੀ ਹੈ। ਪਿੱਛੇ ਆਪਾਂ ਗੱਲ ਵੀ ਕੀਤੀ ਸੀ, ਜਿਹੜੇ ਸਟੂਡੈਂਟਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਕਿਉਂਕਿ ਚਾਈਨਾ ਦੀ ਜਿਹੜੀ ਕੋਵਿਡ ਪਾਲਿਸੀ ਬਹੁਤ ਅਨਸਾਇੰਟਿਫਿਕ ਹੈ, ਉਹਦੇ ਪਿਛਲਾ ਕੋਈ ਲੌਜਿਕ ਨਹੀਂ ਹੈਗਾ, ਇਰੈਸ਼ਨਲ ਹੈ ਔਰ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਤਾੜ ਹੀ ਦਿੱਤਾ ਜਾਂਦਾ। ਉਹਨਾਂ ਦੀ ਜਿਹੜੀ ਫਰੀडम ਹੈ, ਇਸ ਨਾਲ ਫਰੀडम ਨਾਮ ਦੀ ਤਾਂ ਖੈਰ ਉੱਥੇ ਲੋਕਾਂ ਦੇ ਲਈ ਕੋਈ ਖਾਸ ਚੀਜ਼ ਨਹੀਂ ਆ, ਬਟ ਉਹ ਇੱਕ ਰੈਜ਼ਿਸਟੈਂਸ ਮੂਵਮੈਂਟ ਜਿਹੜੀ ਚਾਈਨਾ ਦੇ ਪ੍ਰੈਜ਼ੀਡੈਂਟ ਦੇ ਖਿਲਾਫ ਚੱਲਣੀ ਇੱਕ ਬਹੁਤ ਵੱਡੀ ਗੱਲ ਆ ਉਸ ਦੇਸ਼ ਦੇ ਵਿੱਚ ਔਰ ਇੱਕ ਉਸ ਨੈਸ਼ਨਲਿਜ਼ਮ ਨੂੰ ਮੋਬਿਲਾਈਜ਼ ਕਰਨ ਦੇ ਲਈ, ਰਾਸ਼ਟਰਵਾਦ ਨੂੰ ਵਧਾਉਣ ਦੇ ਲਈ ਔਰ ਦਿਖਾਉਣ ਦੇ ਲਈ ਕਿ ਚਾਈਨਾ ਤਾਂ ਬਹੁਤ ਪਾਵਰਫੁਲ ਆ, ਇੰਡੀਆ ਦੇ ਨਾਲ ਪੰਗਾ ਲੈ ਰਿਹਾ। ਮੇ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹੋ ਜਿਹੇ ਟੈਕਟਿਕ ਜਿਹੜੇ ਨੇ ਉਹ ਵਰਤੇ ਜਾ ਰਹੇ ਹੋ ਸਕਦੇ ਨੇ। ਮੈਂ ਇੱਥੋਂ ਤੱਕ ਵੀ ਮੇਰੇ ਸਾਹਮਣੇ ਆਇਆ ਕਿ ਚਾਈਨਾ ਤਾਂ ਜੋ ਦੂਸਰੇ ਦੇਸ਼ਾਂ ਦੀਆਂ ਕੋਵਿਡ ਦੀਆਂ ਵੈਕਸੀਨਸ ਨੇ ਉਹ ਵੀ ਐਕਸੈਪਟ ਨਹੀਂ ਕਰਦਾ ਹੈਗਾ। ਸੋ ਚਾਈਨਾ ਆਪ ਵੀ ਹਜੇ ਤੱਕ ਕੋਵਿਡ ਨੂੰ ਰੋਕਣ ਦੇ ਲਈ, ਕਰੋਨਾ ਵਾਇਰਸ ਨੂੰ ਰੋਕਣ ਲਈ ਆਪਣੀ ਵੈਕਸੀਨ ਤਿਆਰ ਨਹੀਂ ਕਰ ਪਾਇਆ। ਸੋ ਇਸ ਕਰਕੇ ਉਹ ਜਿਹੜੇ ਉਹਨਾਂ ਦੀ ਬਹੁਤ ਸਟ੍ਰਿਕਟ ਪਾਲਿਸੀਜ਼ ਆ ਜਿਹਦੇ ਵਿੱਚ ਲੋਕਾਂ ਨੂੰ ਲਿਟਰਲੀ ਜੇਲ੍ਹਾਂ ਦੇ ਵਿੱਚ ਤਾੜਨ ਵਾਲੀ ਸਿਚੁਏਸ਼ਨ ਆ, ਜ਼ਬਰਦਸਤੀ ਚੱਕ ਕੇ ਲੈ ਕੇ ਜਾਂਦੇ ਔਰ ਉਹ ਜਿਹੜੀ ਮੂਵਮੈਂਟ ਸਟੂਡੈਂਟਸ ਵੱਲੋਂ ਸ਼ੁਰੂ ਕੀਤੀ ਗਈ ਜਿਹਦੇ ਤੋਂ ਬਾਅਦ ਚਾਈਨਾ ਨੂੰ ਅਲਟੀਮੇਟਲੀ ਆਪਣੀ ਪਾਲਿਸੀ ਦੇ ਵਿੱਚ ਥੋੜਾ ਬਦਲਾਵ ਵੀ ਕਰਨਾ ਪਿਆ। ਇਹ ਕਾਰਨ ਹੋ ਸਕਦੇ ਨੇ ਕਿ ਸ਼ੀ ਜਿਨਪਿੰਗ ਆਪਣੀ ਇੱਕ ਪਾਵਰ ਦਿਖਾਉਣ ਲਈ, ਆਪਣਾ ਕੰਟਰੋਲ ਦਿਖਾਉਣ ਦੇ ਲਈ ਇਹੋ ਜਿਹੇ ਪ੍ਰੋਵੋਕੇਟਿਵ ਐਕਸ਼ਨ ਇੰਡੀਆ ਦੇ ਨਾਲ ਕਰਦਾ ਹੋਵੇ। ਨਾਲ ਤੀਸਰਾ ਪੁਆਇੰਟ ਹੋ ਰਿਹਾ ਕਿ ਜਿਹੜਾ ਇੰਡੀਆ ਦੇ ਕੋਲ ਹੁਣ G20 ਜਿਹੜੀ ਪ੍ਰੈਜ਼ੀਡੈਂਸੀ ਆਈ ਔਰ ਉਹਦੇ ਲਈ ਇੰਡੀਆ ਇਜ਼ ਵੈਰੀ ਐਕਸਾਈਟਡ ਐਕਚੁਅਲੀ। ਔਰ ਇੱਕ ਪਾਸੇ ਇੰਡੀਆ ਗਲੋਬਲ ਸਾਊਥ ਦੀ ਔਰ ਗਲੋਬਲ ਨਾਰਥ ਦੀ ਗੱਲ ਕਰਦਾ, ਜਿੱਥੇ ਪਹਿਲਾਂ ਦੇਸ਼ਾਂ ਨੂੰ ਕੈਟੇਗਰਾਈਜ਼ ਕੀਤਾ ਜਾਂਦਾ ਸੀ ਫਸਟ ਵਰਲਡ ਕੰਟਰੀਜ਼, ਸੈਕੰਡ ਵਰਲਡ ਕੰਟਰੀਜ਼, ਥਰਡ ਵਰਲਡ ਕੰਟਰੀਜ਼। ਹੁਣ ਜਿਹੜਾ ਇੰਡੀਆ ਨੇ ਜਿਹੜਾ ਟੈਕਨੀਕ ਵਰਤੀ ਆ ਉਹ ਗਲੋਬਲ ਸਾਊਥ ਕਰਨਾ ਚਾਹੁੰਦੇ ਨੇ। ਗਲੋਬਲ ਸਾਊਥ ਦਾ ਮਤਲਬ ਹੋ ਗਿਆ ਕਿ ਏਸ਼ੀਆ, ਅਫਰੀਕਾ ਐਂਡ ਸਾਊਥ ਅਮਰੀਕਾ। ਗਲੋਬਲ ਨਾਰਥ ਦਾ ਮਤਲਬ ਹੋ ਗਿਆ ਕਿ USA, ਰਸ਼ੀਆ, ਕੈਨੇਡਾ ਐਂਡ ਆਸਟ੍ਰੇਲੀਆ, ਇਹ ਜਿਹੜੇ ਵੱਡੇ ਦੇਸ਼ ਨੇ। ਸੋ ਉਹ ਜਦੋਂ ਇੰਡੀਆ ਦੇ ਕੋਲ G20 ਪ੍ਰੈਜ਼ੀਡੈਂਸੀ ਆਈ ਆ, ਸੋ ਮੇ ਬੀ ਇਹ ਚੀਜ਼ ਜਿਹਦੇ ਵਿੱਚ ਇੰਡੀਆ ਨੇ ਆਪਣੇ ਟੈਰੀਟੋਰੀਅਲ ਇਸ਼ੂਜ਼ ਤੋਂ, ਡੋਮੈਸਟਿਕ ਇਸ਼ੂਜ਼ ਤੋਂ ਬਿਯੋਂਡ ਜਾ ਕੇ ਸੋਚਣਾ ਆ, ਬਿਯੋਂਡ ਜਾ ਕੇ ਕੰਮ ਕਰਨਾ। ਸੋ ਉਸ ਸਮੇਂ ਦੇ ਉੱਤੇ ਮੇ ਵੀ ਚਾਈਨਾ ਇਹੀ ਚਾਹੁੰਦਾ ਹੋਵੇ ਕਿ ਇੰਡੀਆ ਆਪਣੇ ਬਾਰਡਰ ਡਿਸਪਿਊਟਸ ਦੇ ਵਿੱਚ ਹੀ ਉਲਝਿਆ ਰਵੇ ਤੇ ਇੰਡੀਆ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਉਲਝਾਇਆ ਜਾ ਸਕੇ। ਇਸ ਗੱਲ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ ਕਿ ਚਾਈਨਾ ਔਰ ਇੰਡੀਆ ਦੇ ਵਿੱਚ ਹਿਊਜ ਇਕਨੋਮਿਕ ਐਂਡ ਮਿਲਟਰੀ ਗੈਪ ਹੈਗਾ ਆ। ਚਾਈਨਾ ਦੀ ਇਕਨੋਮੀ ਵੀ ਸਟਰੋਂਗਰ ਹੈ ਔਰ ਚਾਈਨਾ ਦੀ ਮਿਲਟਰੀ ਵੀ ਇੰਡੀਆ ਦੇ ਨਾਲੋਂ ਕਾਫੀ ਸਟਰੋਂਗਰ ਹੈ। ਇਵਨ 2049 ਤੱਕ ਜਦੋਂ 100 ਸਾਲ ਪੂਰੇ ਹੋ ਜਾਣਗੇ ਰਿਪਬਲਿਕ ਆਫ ਚਾਈਨਾ ਦੇ, ਉਦੋਂ ਚਾਈਨਾ ਦਾ ਡ੍ਰੀਮ ਹੈ, ਉਹਨਾਂ ਦਾ ਇੱਕ ਗੋਲ ਹੈ ਕਿ ਉਹਨਾਂ ਦੀ ਚਾਈਨਾ ਦੀ ਮਿਲਟਰੀ ਪੂਰੀ ਦੁਨੀਆ ਦੇ ਵਿੱਚ ਸਾਰੇ ਦੇਸ਼ਾਂ ਦੇ ਨਾਲੋਂ ਸਟਰੋਂਗ ਹੋਏਗੀ ਔਰ ਚਾਈਨਾ ਇੱਕ ਤਰ੍ਹਾਂ ਦੇ ਨਾਲ USA ਨੂੰ ਵੀ ਪਿੱਛੇ ਛੱਡ ਕੇ ਵਿਸ਼ਵ ਗੁਰੂ ਬਣਨਾ ਚਾਹੁੰਦਾ ਹੈ। ਚਾਹੇ ਆਪਣੀ ਪਾਰਲੀਮੈਂਟ ਦੇ ਵਿੱਚ ਜਦੋਂ ਡਿਫੈਂਸ ਮਿਨਿਸਟਰੀ ਕੋਲੋਂ, ਫੋਰਨ ਮਿਨਿਸਟਰੀ ਕੋਲੋਂ ਆਪੋਜੀਸ਼ਨ ਜਿਹੜੀ ਸਵਾਲ ਪੁੱਛਦੀ ਆ ਤਾਂ ਉਹਦੇ ਜਵਾਬ ਨਹੀਂ ਦਿੱਤੇ ਜਾਂਦੇ। ਕਾਰਨ ਇਹ ਦਿੱਤਾ ਜਾਂਦਾ ਹੈ ਕਿ ਬਹੁਤ ਸੈਂਸਿਟਿਵ ਇਸ਼ੂ ਨੇ, ਇਹਦੇ ਤੇ ਇੱਦਾਂ ਗੱਲ ਨਹੀਂ ਕੀਤੀ ਜਾ ਸਕਦੀ। ਬਟ ਚਾਈਨਾ ਇਜ਼ ਅ ਬਿਗ ਥ੍ਰੈਟ ਫॉर ਇੰਡੀਆ ਔਰ ਇਹ ਜਿਹੜੀ ਗੱਲ ਹੈ ਲੋਕਾਂ ਦੇ ਸਾਹਮਣੇ ਪਬਲਿਕ ਦੇ ਵਿੱਚ ਜਿਹੜੀ ਆ ਇਹ ਬਹੁਤ ਸਪਸ਼ਟ ਔਰ ਵਧੀਆ ਸੋਰਸਿਸ ਤੋਂ, ਸਰਕਾਰੀ ਸੋਰਸਿਸ ਤੋਂ ਹੀ ਆਉਣੀ ਚਾਹੀਦੀ ਹੈ। ਪਰ ਸਰਕਾਰ ਵੱਲੋਂ ਕਈ ਚੀਜ਼ਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਵੈਰੀ ਟਿਪੀਕਲ ਜੋ ਪੰਜਾਬੀ ਦਾ ਸ਼ਬਦ ਹੈ ਕਿ ਕੇਸ ਮਾਰ ਜਾਣਾ, ਉਹ ਕੇਸ ਮਾਰ ਜਾਣਾ ਹੀ ਹੁੰਦਾ ਤਾਂ ਉਹਨਾਂ ਨੂੰ ਇੱਕ ਸੈਂਸਿਟਿਵ ਇਸ਼ੂ ਬਣਾ ਕੇ ਹੀ ਛੱਡ ਦਿੱਤਾ ਜਾਂਦਾ ਔਰ ਉਹਦੇ ਤੇ ਪੂਰੀ ਕਲੈਰਿਟੀ ਨਹੀਂ ਦਿੱਤੀ ਜਾਂਦੀ। ਪਰ ਚਾਈਨਾ ਦਾ ਜਿਹੜਾ ਡ੍ਰੀਮ ਹੈ ਵਿਸ਼ਵ ਗੁਰੂ ਬਣਨ ਦਾ, ਔਰ ਅਗਰ ਆਪਾਂ ਏਸ਼ੀਆ ਨੂੰ ਦੇਖੀਏ ਤਾਂ ਪਾਰਟਿਕੂਲਰ ਸਾਊਥ ਏਸ਼ੀਆ ਦੇ ਵਿੱਚ ਇੰਡੀਆ ਇੱਕ ਸੁਪਰ ਪਾਵਰ ਆ। ਸਾਊਥ ਏਸ਼ੀਆ ਦੀ ਜਦੋਂ ਆਪਾਂ ਦੇਖਦੇ ਹਾਂ ਆਪਣੇ ਆਲੇ ਦੁਆਲੇ ਤਾਂ ਇੱਕ ਬਿਗ ਆਬਸਟੈਕਲ ਆ।
ਚਾਈਨਾ ਦੇ ਲਈ। ਔਰ ਚਾਈਨਾ ਇੰਡੀਆ ਨੂੰ ਡੀਸਟੇਬਲਾਈਜ਼ ਕਰਨ ਦੇ ਲਈ ਬਹੁਤ ਤਰ੍ਹਾਂ ਦੇ ਪੈਂਤੜੇ ਅਪਣਾਉਂਦਾ ਹੈ। ਜਿਵੇਂ ਚਾਈਨਾ ਦੇ ਆਪਣੀ ਗੁਆਂਢੀ ਮੁਲਕਾਂ ਦੇ ਨਾਲ ਬਹੁਤ ਹੀ ਜਿਹੜਾ ਖਾਸ ਤੌਰ ਤੇ ਆਪਣਾ ਗੁਆਂਢੀ ਮੁਲਕ ਪਾਕਿਸਤਾਨ ਹੈ, ਪਾਕਿਸਤਾਨ ਤਾਂ ਇੱਕ ਕਲਾਇੰਟ ਸਟੇਟ ਆਫ ਚਾਈਨਾ ਹੈ, ਕਿਉਂਕਿ ਚਾਈਨਾ ਨੇ ਬਹੁਤ ਵੱਡਾ ਪੈਸਾ ਇਨਵੈਸਟ ਕੀਤਾ ਉੱਥੇ, ਬਹੁਤ ਵੱਡਾ ਗ੍ਰੈਂਡ ਇਨਫਰਾਸਟਰਕਚਰ ਜਿਹੜਾ ਉੱਥੇ ਬਿਲਡ ਕਰ ਰਹੇ ਆ। ਔਰ ਵਾਇਆ ਪਾਕਿਸਤਾਨ ਹੋ ਸਕਦਾ ਇੱਦਾਂ ਦੀਆਂ ਬਹੁਤ ਸਿਚੁਏਸ਼ਨਸ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਿੱਥੇ ਇੰਡੀਆ ਨੂੰ ਡੀਸਟੇਬਲਾਈਜ਼ ਕਰਨ ਦੇ ਲਈ ਪੰਜਾਬ ਨੂੰ ਟਾਰਗੇਟ ਕੀਤਾ ਜਾ ਸਕੇ। ਆਪਣੇ ਕੋਲ ਪਹਿਲਾਂ ਵੀ ਇੱਦਾਂ ਦੀਆਂ ਬਹੁਤ ਐਗਜ਼ਾਮਪਲਸ ਨੇ, ਖਾਸ ਤੌਰ ਤੇ ਖੜਕੂਵਾਦ ਦੇ ਸਮੇਂ ਦੀਆਂ, ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਪਹਿਲਾਂ ਦੀਆਂ ਵੀ, ਜਗਜੀਤ ਸਿੰਘ ਚੌਹਾਨ ਦੇ ਵੇਲੇ ਦੀਆਂ ਵੀ, ਕਿ 1970 ਤੋਂ ਹੀ ਕਿਵੇਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਰਹੀਆਂ ਨੇ ਭਾਰਤ ਦੇ ਵਿੱਚ ਡੀਸਟੇਬਲਾਈਜ਼, ਕਿਸੇ ਨਾ ਕਿਸੇ ਤਰ੍ਹਾਂ ਭਾਰਤ ਦੇ ਵਿੱਚ ਪ੍ਰੋਬਲਮ ਕ੍ਰੀਏਟ ਕੀਤੀ ਜਾਵੇ, ਇੰਟਰਨਲ ਪ੍ਰੋਬਲਮ। ਔਰ ਉਹਦੇ ਲਈ ਪੰਜਾਬ ਵਿਕਟਿਮ ਪਹਿਲਾਂ ਵੀ ਬਣਿਆ। ਔਰ ਹੋ ਸਕਦਾ ਅਗਰ ਇਹਨਾਂ ਦੀ ਆਪਸ ਦੇ ਵਿੱਚ ਕਲੈਸ਼ ਜਿਹੜੇ ਮੈਨੇਜ ਨਹੀਂ ਕੀਤੇ ਜਾਂਦੇ ਪ੍ਰੋਪਰਲੀ ਦੋਨਾਂ ਦੇਸ਼ਾਂ ਵੱਲੋਂ, ਤਾਂ ਹੋ ਸਕਦਾ ਕਿ ਪੰਜਾਬ ਦੇ ਵਿੱਚ ਫਿਰ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਪੁਰਾਣਾ ਵੇਲਾ ਸੀ, ਉਸ ਸਮੇਂ USA ਪਾਕਿਸਤਾਨ ਦਾ ਬਹੁਤ ਖਾਸ ਦੋਸਤ ਸੀਗਾ, ਪਰ ਅੱਜ ਦੇ ਸਮੇਂ ਦੇ ਵਿੱਚ ਚਾਈਨਾ ਦੀ ਕਲਾਇੰਟ ਸਟੇਟ ਹੈ ਪਾਕਿਸਤਾਨ, ਕਿਉਂਕਿ ਪਾਕਿਸਤਾਨ ਇਕਨੋਮਿਕਲੀ ਇੰਨਾ ਕੁ ਡਾਵਾਂਡੋਲ ਉਹਨਾਂ ਦੀ ਸਥਿਤੀ ਹੈ, ਉਹਨਾਂ ਦੀ ਅਰਥ ਵਿਵਸਥਾ ਹੈ ਕਿ ਉਹ ਬੇਸਿਕਲੀ ਹੁਣ ਚਾਈਨਾ ਦੇ ਰਹਿਮੋ ਕਰਮ ਦੇ ਉੱਤੇ ਜਾਂ ਹੋਰ ਦੇਸ਼ਾਂ ਦੇ ਵਿੱਚੋਂ ਸਾਰੇ ਜਿਹੜੇ ਉਹਨਾਂ ਨੂੰ ਮਦਦ ਮਿਲਦੀ ਹੈ, ਮਾਲੀ ਮਦਦ, ਉਹਦੇ ਤੇ ਹੀ ਡਿਪੈਂਡ ਨੇ। ਇਸ ਵੀਡੀਓ ਦੇ ਆਖਰੀ ਸੈਗਮੈਂਟ 'ਚ ਮੈਂ ਗੱਲ ਕਰਨਾ ਚਾਹਾਂਗੀ ਕਿ ਅਗਰ ਆਪਾਂ ਭਾਰਤ ਦਾ ਟ੍ਰੇਡ ਦੇਖੀਏ, ਬਾਹਰਲੇ ਦੇਸ਼ਾਂ ਦੇ ਨਾਲ ਜੋ ਟ੍ਰੇਡ ਚੱਲਦਾ ਹੈ, ਤਾਂ ਭਾਰਤ ਦੀ ਨਿਰਭਰਤਾ ਚਾਈਨਾ ਦੇ ਉੱਤੇ ਬਹੁਤ ਜ਼ਿਆਦਾ ਹੈ। ਭਾਰਤ ਦਾ ਸਭ ਤੋਂ ਵੱਡੇ ਲੈਵਲ ਤੇ ਟ੍ਰੇਡ ਜਿਹੜਾ ਉਹ USA ਨਾਲ ਚੱਲਦਾ ਹੈ, ਔਰ ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਚਾਈਨਾ ਦੇ ਨਾਲ ਟ੍ਰੇਡ ਹੈ, ਜੋ ਕਿ $100 ਬਿਲੀਅਨ ਤੋਂ ਵੀ ਕਿਤੇ ਜ਼ਿਆਦਾ ਹੈ, $115 ਬਿਲੀਅਨ ਦੇ ਕਰੀਬ ਦਾ ਜਿਹੜਾ ਉਹ ਟ੍ਰੇਡ ਹੈਗਾ ਆ। ਔਰ ਇਸ ਤੋਂ ਇਲਾਵਾ ਅਗਰ ਆਪਾਂ ਇੰਡੀਆ ਦੇ ਵਿੱਚ ਆਉਣ ਵਾਲਾ ਸਮਾਨ ਜਿਹੜਾ ਇੰਪੋਰਟ ਹੁੰਦਾ ਉਹਨੂੰ ਦੇਖੀਏ ਤਾਂ $70 ਬਿਲੀਅਨ ਤੋਂ ਵੀ ਵੱਧ ਦਾ ਸਮਾਨ ਚਾਈਨਾ ਤੋਂ ਇੰਡੀਆ ਦੇ ਵਿੱਚ ਇੰਪੋਰਟ ਹੁੰਦਾ। ਸੋ ਦੋਨਾਂ ਦੇਸ਼ਾਂ ਦੇ ਲਈ ਐਟ ਦਾ ਸੇਮ ਟਾਈਮ ਇਹ ਜਿਹੜੇ ਚੈਲੰਜ LAC ਦੇ ਉੱਤੇ ਇੱਕ ਦੂਸਰੇ ਦੇ ਲਈ ਇਸ ਸਮੇਂ ਜੋ ਚਾਈਨਾ ਨੇ ਭਾਰਤ ਦੇ ਅੱਗੇ ਚੈਲੰਜ ਪਾਇਆ, ਇਹਨੂੰ ਤਾਂ ਬਾਇਲੈਟਰਲੀ ਸੋਲਵ ਕਰਨ ਦੀ ਜ਼ਰੂਰਤ ਹੈ ਹੀ ਹੈ, ਪਰ ਨਾਲ ਹੀ ਇੰਡੀਆ ਨੂੰ ਜੋ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੋ ਚਾਈਨਾ ਦੇ ਉੱਤੇ ਨਿਰਭਰਤਾ ਹੈ, ਜਿਹੜਾ ਚਾਈਨਾ ਦੇ ਉੱਤੇ ਆਪਾਂ ਡਿਪੈਂਡ ਹੋ ਰਹੇ ਹਾਂ ਫॉर ਟ੍ਰੇਡ ਐਂਡ ਟੂ ਇੰਪੋਰਟ ਥਿੰਗਸ, ਸੋ ਇਹਨੂੰ ਵੀ ਸੈਟਲ ਕਰਨ ਦੀ, ਇਹਦੇ ਲਈ ਵੀ ਵੱਡੀ ਪਲਾਨਿੰਗ ਜਿਹੜੀ ਆ ਉਹ ਕਰਨ ਦੀ ਜ਼ਰੂਰਤ ਹੈ। ਚਾਹੇ ਮੇਕ ਇਨ ਇੰਡੀਆ ਮੂਵਮੈਂਟ ਚਲਾਈ ਸੀਗੀ, ਉਹ ਚਾਹੇ ਇੰਨਾ ਖਾਸ ਰਿਜ਼ਲਟ ਹਜੇ ਤੱਕ ਨਿਕਲ ਕੇ ਸਾਹਮਣੇ ਨਹੀਂ ਆਇਆ, ਪਰ ਜਿਹੜਾ ਇਕਨੋਮਿਕ ਗੈਪ ਹੈ ਉਸ ਗੈਪ ਨੂੰ ਵੀ ਭਰਨ ਦੇ ਲਈ ਇਹ ਜਿਹੜੀ ਨਿਰਭਰਤਾ ਹੈ ਇਹਨੂੰ ਘਟਾਉਣਾ ਪਵੇਗਾ। ਸੋ ਇਹ ਸੀ ਮੇਰੀ ਇੱਕ ਛੋਟੀ ਜਿਹੀ ਵੀਡੀਓ ਅਬਾਊਟ ਹਿਸਟਰੀ ਆਫ ਚਾਈਨਾ ਔਰ ਇੰਡੀਆ ਦੇ ਕਲੈਸ਼ ਦੇ ਉੱਤੇ। ਮੈਂ ਥੋੜ੍ਹੇ ਜਿਹੇ ਕਾਰਨ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕਲੈਸ਼ ਕਿਉਂ, ਇਹ ਪ੍ਰੋਵੋਕੇਟ ਕਿਉਂ ਕਰ ਰਿਹਾ ਹੈ ਚਾਈਨਾ ਭਾਰਤ ਨੂੰ। ਇਹਦੇ ਵਿੱਚ ਜੋ ਵੀ ਤੁਹਾਡੇ ਵਿਚਾਰ ਨੇ, ਡੂ ਸ਼ੇਅਰ ਇਨ ਦਾ ਕਮੈਂਟ ਬਾਕਸ, ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ।